everyone, how are you all? This is Sakshi Agarwal. I welcome you all on Mehnati Bachche. I hope you all are doing well. So ਜਿਵੇਂ ਕਿ ਆਪਾਂ ਨੂੰ ਪਤਾ ਹੈ PSSSB ਨੇ ਜਿਹੜਾ ਕਲਰਕ ਦਾ ਅਫੀਸ਼ੀਅਲ ਸਿਲੇਬਸ ਆ ਉਹ ਅਨਾਉਂਸ ਕਰਤਾ। ਸੋ ਅੱਜ ਦੇ ਵੀਡੀਓ ਦੇ ਵਿੱਚ ਆਪਾਂ ਉਹ ਸਿਲੇਬਸ ਡਿਸਕਸ ਕਰਾਂਗੇ ਤੇ ਦੇਖਾਂਗੇ ਕਿਸ ਤਰੀਕੇ ਨਾਲ ਤੁਸੀਂ ਉਹਦੀ ਪ੍ਰੈਪਰੇਸ਼ਨ ਕਰ ਸਕਦੇ ਹੋ। ਜਿਹੜਾ ਪਹਿਲੇ ਐਗਜ਼ਾਮਸ ਹੋਏ ਨੇ PSSSB ਦੇ ਉਹਦਾ ਅਗਰ ਆਪਾਂ ਸਿਲੇਬਸ ਇਹਦੇ ਕੰਪੈਰੀਜ਼ਨ ਚ ਦੇਖੀਏ ਤਾਂ ਕੁਝ ਫਰਕ ਹੈਗਾ। ਓਕੇ, ਸੋ ਹੁਣ ਆਪਾਂ ਪੂਰਾ ਦੇਖਾਂਗੇ। ਸੋ ਇਸ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਹੋਰ ਚੀਜ਼ ਦੱਸਣਾ ਚਾਹਨੀ ਹਾਂ। PSSSB ਕਲਰਕ ਦਾ ਜਿਹੜਾ ਆਨਲਾਈਨ ਕੋਰਸ ਹੈ ਉਹ ਅਵੇਲੇਬਲ ਹੈ। ਇਹਦੇ ਵਿੱਚ ਸਾਰਾ ਜਿਹੜਾ ਸਿਲੇਬਸ ਹੈ PSSSB ਕਲਰਕ ਦਾ ਉਹ ਵੀਡੀਓ ਲੈਕਚਰ ਤੇ ਨੋਟਸ ਦੀ ਹੈਲਪ ਦੇ ਨਾਲ ਕਵਰ ਕਰਵਾਇਆ ਜਾ ਰਿਹਾ ਹੈ ਤੇ ਤੁਹਾਡੇ ਨਾਲ ਮੈਂ ਕੁਝ ਸਟੂਡੈਂਟਸ ਦਾ ਫੀਡਬੈਕ ਵੀ ਸ਼ੇਅਰ ਕਰ ਰਹੀ ਹਾਂ। ਤੁਸੀਂ ਇਹ ਫੀਡਬੈਕ ਰੀਡ ਕਰ ਸਕਦੇ ਹੋ। ਜਿਨ੍ਹਾਂ ਨੇ ਕੋਰਸ ਪਰਚੇਸ ਕੀਤਾ ਹੈ ਉਹਨਾਂ ਨੇ ਭੇਜਿਆ ਸਾਨੂੰ। ਓਕੇ, ਸੋ ਥੈਂਕ ਯੂ ਸੋ ਮਚ ਉਹਨਾਂ ਦਾ ਕਿ ਉਹਨਾਂ ਨੇ ਫੀਡਬੈਕ ਸ਼ੇਅਰ ਕੀਤਾ ਆਪਣਾ। ਸੋ ਇੱਕ ਚੀਜ਼ ਮੈਂ ਤੁਹਾਨੂੰ ਹੋਰ ਦੱਸਣਾ ਚਾਹੁੰਦੀ ਹਾਂ। ਦੇਖੋ ਤੁਹਾਡੇ ਕੋਲ ਹੈਗਾ ਟਾਈਮ ਬਹੁਤ ਜ਼ਿਆਦਾ ਘੱਟ, ਬਿਕੋਜ਼ ਦਸੰਬਰ ਦੇ ਫਸਟ ਜਾਂ ਸੈਕੰਡ ਵੀਕ ਦੇ ਵਿੱਚ ਇਹਦਾ ਐਗਜ਼ਾਮ ਹੋ ਜਾਏਗਾ। ਸੋ ਜਿੱਥੋਂ ਵੀ ਤੁਸੀਂ ਪ੍ਰਿਪਰੇਸ਼ਨ ਕਰਨਾ ਚਾਹੁੰਦੇ ਹੋ ਜਲਦੀ ਤੋਂ ਜਲਦੀ ਇਹ ਚੀਜ਼ ਸਟਾਰਟ ਕਰੋ ਤਾਂ ਕਿ ਤੁਹਾਡੇ ਕੋਲ ਰਿਵੀਜ਼ਨ ਦਾ ਵੀ ਟਾਈਮ ਹੋਵੇ ਤੇ ਤੁਹਾਨੂੰ ਕੋਈ ਟੈਨਸ਼ਨ ਹੋਵੇ ਪੇਪਰ ਦੇ ਵਿੱਚ। ਇੱਕ ਹੋਰ ਚੀਜ਼ ਮੈਂ ਤੁਹਾਨੂੰ ਇਹਦੇ ਨਾਲ ਹੀ ਦੱਸਣਾ ਚਾਹੁੰਦੀ ਹਾਂ ਕਿ ਟੈਸਟ ਸੀਰੀਜ਼ ਵੀ ਜਲਦੀ ਹੀ ਅਵੇਲੇਬਲ ਹੋਊਗੀ। ਓਕੇ, ਸੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤਾਂ ਕਿ ਤੁਹਾਨੂੰ ਉਹਦੀ ਨੋਟੀਫਿਕੇਸ਼ਨ ਮਿਲ ਜੇ। ਉਹ ਤੋਂ ਬਾਅਦ ਹੁਣ ਆਪਾਂ ਗੱਲ ਕਰਦੇ ਹਾਂ ਸਿਲੇਬਸ ਦੀ। ਕੁਝ ਬੇਸਿਕ ਇਨਫੋਰਮੇਸ਼ਨ ਤੁਹਾਨੂੰ ਮੈਂ ਦੱਸਣਾ ਚਾਹੁੰਦੀ ਹਾਂ PSSB ਕਲਰਕ ਦੇ ਐਗਜ਼ਾਮ ਦੇ ਬਾਰੇ। ਦੇਖੋ ਇਹਦੇ ਵਿੱਚ ਜਿਹੜੇ ਤੁਹਾਨੂੰ ਨੰਬਰ ਆਫ ਕੁਐਸਚਨਸ ਆਣਗੇ ਉਹ ਆਣਗੇ 120 ਤੇ ਹਰ ਕੁਐਸਚਨ 1 ਮਾਰਕ ਦਾ ਹੈ, ਯਾਨੀ ਕਿ 120 ਮਾਰਕਸ ਦਾ ਹੀ ਪੇਪਰ ਹੈ। ਓਕੇ, ਅਗਰ ਆਪਾਂ ਟਾਈਮ ਦੀ ਗੱਲ ਕਰੀਏ ਕਿ ਕਿੰਨਾ ਟਾਈਮ ਦਿੱਤਾ ਜਾਊਗਾ ਤੁਹਾਨੂੰ ਪੇਪਰ ਨੂੰ ਅਟੈਂਪਟ ਕਰਨ ਦੇ ਲਈ, ਸੋ ਤੁਹਾਨੂੰ 90 ਮਿੰਟਸ ਮਿਲਣਗੇ, ਯਾਨੀ ਕਿ 1.5 ਘੰਟਾ। ਸੋ 1.5 ਘੰਟਾ ਕਾਫੀ ਹੁੰਦਾ ਹੈ ਪੇਪਰ ਨੂੰ ਅਟੈਂਪਟ ਕਰਨ ਦੇ ਲਈ। ਓਕੇ, ਮੈਂ ਤੁਹਾਨੂੰ ਇਹਦੀ ਵੀ ਸਟ੍ਰੈਟਜੀ ਦੱਸੂਗੀ ਕਿ ਕਿਸ ਤਰੀਕੇ ਨਾਲ ਤੁਸੀਂ ਪੇਪਰ ਅਟੈਂਪਟ ਕਰ ਸਕਦੇ ਹੋ 1.5 ਘੰਟੇ ਦੇ ਵਿੱਚ ਤਾਂ ਕਿ ਤੁਹਾਨੂੰ ਕੋਈ ਦਿੱਕਤ ਨਾ ਆਵੇ। ਸੋ ਹੁਣ ਆਪਾਂ ਸਭ ਤੋਂ ਪਹਿਲਾਂ ਕਲਰਕ ਜਿਹੜਾ ਐਗਜ਼ਾਮ ਹੈ, 3 ਵੈਸੇ ਪੋਸਟ ਹੈ, ਕਲਰਕ IT, ਕਲਰਕ ਅਕਾਊਂਟਸ। ਸਭ ਤੋਂ ਪਹਿਲਾਂ ਆਪਾਂ ਸਿਲੇਬਸ ਦੇਖਣ ਜਾ ਰਹੇ ਹਾਂ ਕਲਰਕ ਦਾ। ਓਕੇ, ਅਗਰ ਤੁਸੀਂ ਦੇਖੋਗੇ ਇਹਨੂੰ 6 ਪਾਰਟਸ ਦੇ ਵਿੱਚ ਡਿਵਾਈਡ ਕੀਤਾ ਹੋਇਆ ਪੂਰੇ ਸਿਲੇਬਸ ਨੂੰ। ਸਭ ਤੋਂ ਪਹਿਲਾਂ ਅਗਰ ਆਪਾਂ ਗੱਲ ਕਰੀਏ ਰੀਜ਼ਨਿੰਗ ਐਬਿਲਿਟੀ ਦੀ, ਇਹਦੇ ਜਿਹੜੇ ਨੰਬਰ ਆਫ MCQs ਆ ਉਹ ਆਨੇ ਆ 15। ਓਕੇ, ਹੁਣ ਆਪਾਂ ਦੇਖਦੇ ਹਾਂ ਇਹਦੇ ਵਿੱਚ ਕਿਹੜੇ ਕਿਹੜੇ ਟੌਪਿਕਸ ਹੈ। ਨੰਬਰ ਐਂਡ ਅਲਫਾਬੈਟ ਸੀਰੀਜ਼। ਹੁਣ ਦੇਖੋ ਨੰਬਰ ਐਂਡ ਅਲਫਾਬੈਟ ਸੀਰੀਜ਼ ਦਿੱਤਾ, ਇਹਦੇ ਵਿੱਚ ਮਿਸਿੰਗ ਦਾ ਨੰਬਰ ਵਾਲੇ ਕੁਐਸਚਨਸ ਵੀ ਆ ਸਕਦੇ ਆ। ਇਹਦੇ ਵਿੱਚ ਤੁਹਾਡੇ ਕੋਲ ਸੀਰੀਜ਼ ਦਿੱਤੀ ਹੋਊਗੀ ਜਿਵੇਂ AABB, ਅੱਗੇ ਦੱਸੋ ਕੀ ਆਊਗਾ, ਉਸੇ ਵੀ ਕੁਐਸਚਨਸ ਆ ਸਕਦੇ ਆ। ਜਾਂ ਫਿਰ ਇਹਦੇ ਵਿੱਚ ਤੁਹਾਨੂੰ ਕੋਈ ਸੀਰੀਜ਼ ਦੇ ਦੇਣਗੇ ਉਹਦੇ ਉੱਪਰ ਕੁਝ ਕੁਐਸਚਨਸ ਪੁੱਛ ਲੈਣਗੇ, ਉਸੇ ਵੀ ਆ ਸਕਦੇ ਆ। ਓਕੇ, ਸੋ ਤੁਹਾਨੂੰ ਹਰ ਟਾਈਪ ਦੇ ਕੁਐਸਚਨਸ ਪ੍ਰਿਪੇਅਰ ਕਰਨੇ ਆ ਦੇ ਵਿੱਚ। ਦੈਨ ਬਲੱਡ ਰਿਲੇਸ਼ਨ ਮਤਲਬ ਰਿਸ਼ਤੇਦਾਰੀਆਂ ਕੱਢਣੀਆਂ ਨੇ, ਬੇਸਿਕਲੀ ਬਲੱਡ ਰਿਲੇਸ਼ਨ ਜਾਂ ਬਲੱਡ ਰਿਲੇਸ਼ਨ ਪਜ਼ਲ ਕੁਝ ਵੀ ਕਹਿ ਸਕਦੇ ਹੋ। ਉਹ ਤੋਂ ਬਾਅਦ ਕੋਡਿੰਗ ਡੀਕੋਡਿੰਗ, ਇਹਦੇ ਵਿੱਚ ਇੱਕ ਕੋਡ ਦਿੱਤਾ ਹੁੰਦਾ ਉਹਨੂੰ ਡੀਕੋਡ ਕਰਨਾ ਹੁੰਦਾ ਹੈ। ਦੈਨ ਡਾਇਰੈਕਸ਼ਨਸ ਦੇ ਵਿੱਚ ਇੰਸਟਰਕਸ਼ਨਸ ਦਿੱਤੀਆਂ ਹੁੰਦੀਆਂ ਉਹਦੇ ਅਕੋਰਡਿੰਗ ਕੁਐਸਚਨ ਸੋਲਵ ਕਰਨਾ ਹੁੰਦਾ ਹੈ। ਦੈਨ ਐਨਾਲੋਗੀਜ਼, ਸਿਮਿਲੈਰਿਟੀਜ਼ ਐਂਡ ਡਿਫਰੈਂਸਿਸ, ਇਹ ਬੇਸਿਕਲੀ ਕੀ ਹੋ ਗਿਆ ਤੁਹਾਡਾ ਕਲਾਸੀਫਿਕੇਸ਼ਨ ਦਾ ਪਾਰਟ ਹੋ ਗਿਆ ਤੇ ਐਨਾਲੋਗੀ ਅਲੱਗ ਹੋ ਗਿਆ। ਉਹ ਤੋਂ ਬਾਅਦ ਸਿੰਬਲਸ ਐਂਡ ਨੋਟੇਸ਼ਨਸ। ਓਕੇ, ਇਹਦੇ ਵਿੱਚ ਨੈਕਸਟ ਆਪਣੇ ਕੋਲ ਹੈ ਸਟੇਟਮੈਂਟਸ। ਹੁਣ ਸਟੇਟਮੈਂਟਸ ਦੇ ਵਿੱਚ ਸਟੇਟਮੈਂਟ ਐਂਡ ਕਨਕਲੂਜਨ ਵਾਲੇ ਕੁਐਸਚਨਸ ਜ਼ਿਆਦਾ ਦੇਖਣ ਨੂੰ ਮਿਲਦੇ ਆ ਪੇਪਰ ਦੇ ਵਿੱਚ, ਸੋ ਤੁਸੀਂ ਉਸ ਟਾਈਪ ਦੇ ਕੁਐਸਚਨਸ ਕਵਰ ਕਰਨੇ ਆ। ਦੈਨ ਵਰਬਲ ਐਂਡ ਨਾਨ ਵਰਬਲ ਰੀਜ਼ਨਿੰਗ। ਹੁਣ ਦੇਖੋ ਵਰਬਲ ਰੀਜ਼ਨਿੰਗ ਦੀ ਗੱਲ ਕਰਾਂ ਉਹਦੇ ਵਿੱਚ ਕਾਜ਼ ਇਫੈਕਟ ਰੀਜ਼ਨਿੰਗ ਹੋ ਗਿਆ, ਉਸ ਤੋਂ ਇਲਾਵਾ ਸਟੇਟਮੈਂਟ ਐਸਰਸ਼ਨ ਹੋ ਗਿਆ। ਠੀਕ ਹੈ, ਸੋ ਇਸ ਤਰੀਕੇ ਦੇ ਕੁਐਸਚਨਸ ਆਉਂਦੇ ਆ। ਨਾਨ ਵਰਬਲ ਰੀਜ਼ਨਿੰਗ ਦੇ ਵਿੱਚ ਜਿਵੇਂ ਕਿਊਬ ਐਂਡ ਡਾਈਸ ਵਾਲੇ ਕੁਐਸਚਨਸ ਹੋ ਗਏ। ਉਸ ਤੋਂ ਇਲਾਵਾ ਐਨਾਲਿਟੀਕਲ ਰੀਜ਼ਨਿੰਗ ਹੋ ਗਿਆ। ਐਨਾਲਿਟੀਕਲ ਰੀਜ਼ਨਿੰਗ ਦਾ ਮਤਲਬ ਕੀ ਹੁੰਦਾ ਕਿ ਤੁਹਾਡੇ ਕੋਲ ਇੱਕ ਫਿਗਰ ਦਿੱਤੀ ਹੋਈ ਹੈ, ਜਿਵੇਂ ਸਪੋਜ਼ ਕਰੋ ਇੱਕ ਟ੍ਰਾਇੰਗਲ ਦੇਤਾ, ਠੀਕ ਹੈ, ਤਾਂ ਇਹਦੇ ਵਿੱਚ ਉਹਨਾਂ ਨੇ ਐਵੇਂ ਕੁਝ ਹੋਰ ਟ੍ਰਾਇੰਗਲਸ ਡਰਾ ਕਰਤੀਆਂ ਤਾਂ ਤੁਹਾਨੂੰ ਪੁੱਛਣਗੇ ਕਿ ਨੰਬਰ ਆਫ ਟ੍ਰਾਇੰਗਲਸ ਦੱਸੋ ਕਿੰਨੀਆਂ ਨੇ, ਇਸ ਤਰੀਕੇ ਦੀ ਫਿਗਰਸ ਆਉਂਦੀਆਂ ਨੇ, ਜਾਂ ਨੰਬਰ ਆਫ ਸਟ੍ਰੇਟ ਲਾਈਨਸ ਪੁੱਛ ਲੈਣਗੇ। ਓਕੇ, ਉਹ ਤੋਂ ਬਾਅਦ ਨੈਕਸਟ ਆਪਾਂ ਗੱਲ ਕਰਦੇ ਹਾਂ ਇਹਦੇ ਵਿੱਚ ਕੁਝ ਹੋਰ ਟੌਪਿਕਸ ਨਾਨ ਵਰਬਲ ਰੀਜ਼ਨਿੰਗ ਦੇ, ਜਿਵੇਂ ਕਿ ਮਿਰਰ ਇਮੇਜ ਕੱਢੋ, ਵਾਟਰ ਇਮੇਜ, ਐਨਾਲੋਗੀ ਤੇ ਕਲਾਸੀਫਿਕੇਸ਼ਨ ਵਾਲੇ ਇਹਦੇ ਵਿੱਚ ਵੀ ਹੁੰਦੇ ਜਿਹੜੇ ਪਿਕਟੋਰੀਅਲ ਫਾਰਮ ਚ ਹੁੰਦੇ ਆ। ਸੋ ਇਹ ਸਭ ਕੁਐਸਚਨਸ ਆਣਗੇ। ਉਹ ਤੋਂ ਬਾਅਦ ਔਡ ਵਨ ਆਊਟ ਪ੍ਰੋਬਲਮ ਦੇ ਵਿੱਚ ਕੀ ਹੈ ਕਿ 4 ਤੁਹਾਡੇ ਕੋਲ ਆਪਸ਼ਨ ਦੇ ਤੇ ਉਹਦੇ ਵਿੱਚੋਂ ਦੱਸੋ ਵੀ ਕਿਹੜਾ ਔਡ ਹੈ ਵਰਡ। ਓਕੇ, ਸੋ ਇਹਦੀ ਪ੍ਰੈਪਰੇਸ਼ਨ ਕੋਰਸ ਚ ਵੀ ਤੁਸੀਂ ਕਰ ਸਕਦੇ ਹੋ, ਨਾਲ ਹੀ ਅਗਰ ਬੁੱਕ ਦੀ ਗੱਲ ਕਰੋ ਤਾਂ ਤੁਸੀਂ RS ਅਗਰਵਾਲ ਦੀ ਜਿਹੜੀ ਰੀਜ਼ਨਿੰਗ ਵਾਲੀ ਬੁੱਕ ਹੈ ਉਹ ਫੋਲੋ ਕਰ ਸਕਦੇ ਹੋ। ਉਹ ਤੋਂ ਬਾਅਦ ਨੈਕਸਟ ਹੈ ਨਿਊਮੈਰੀਕਲ ਐਬਿਲਿਟੀ। ਨਿਊਮੈਰੀਕਲ ਐਬਿਲਿਟੀ ਦੇ ਵਿੱਚ ਅਗਰ ਆਪਾਂ ਪੋਰਸ਼ਨ ਦੇਖੀਏ ਤਾਂ ਕਿਹੜਾ ਹੈ, ਐਵਰੇਜ, ਨੰਬਰ ਸਿਸਟਮ, ਪਰਸੈਂਟੇਜ, ਰੇਸ਼ੋ ਐਂਡ ਪ੍ਰਪੋਰਸ਼ਨ, ਪਾਈਪ ਐਂਡ ਸਿਸਟਰਨ, ਪ੍ਰੋਬਲਮ ਔਨ ਟ੍ਰੇਨਸ, ਪ੍ਰੋਬਲਮ ਔਨ ਏजेस, ਇਹ ਬਹੁਤ ਇੰਪੋਰਟੈਂਟ ਟੌਪਿਕ ਹੈ। ਦੈਨ HCF LCM, ਪ੍ਰੋਫਿਟ ਲਾਸ, ਟਾਈਮ ਐਂਡ ਡਿਸਟੈਂਸ, ਵੈਰੀ ਇੰਪੋਰਟੈਂਟ। ਕਲੌਕ ਕੈਲੰਡਰ ਵੀ ਇੰਪੋਰਟੈਂਟ ਹੈ, ਤਕਰੀਬਨ ਇੱਕ ਕੁਐਸਚਨ ਦੇਖਣ ਨੂੰ ਮਿਲਦਾ ਇਹਦੇ ਵਿੱਚੋਂ ਵੀ। ਡਾਟਾ ਇੰਟਰਪ੍ਰੀਟੇਸ਼ਨ ਦੇ ਵਿੱਚ ਕੀ ਹੁੰਦਾ ਹੈ, ਜਿਵੇਂ ਪਾਈ ਚਾਰਟ, ਬਾਰ ਗ੍ਰਾਫ, ਇਹ ਸਭ ਕੁਐਸਚਨਸ ਹੁੰਦੇ ਆ। ਮਿਕਸਚਰ ਐਂਡ ਐਲੀਗੇਸ਼ਨ, ਦੈਨ ਬੋਟਸ ਐਂਡ ਸਟਰੀਮਸ, ਸਿੰਪਲ ਇੰਟਰਸਟ, ਕੰਪਾਊਂਡ ਇੰਟਰਸਟ, ਟਾਈਮ ਐਂਡ ਵਰਕ, ਇਹ ਵੀ ਕਾਫੀ ਇੰਪੋਰਟੈਂਟ ਹੈ। ਤੇ ਡਿਸਕਾਊਂਟ ਵੈਸੇ ਪ੍ਰੋਫਿਟ ਲਾਸ ਦਾ ਵੀ ਪਾਰਟ ਆ ਜਾਂਦਾ, ਬਟ ਇਹਨਾਂ ਨੇ ਅਲੱਗ ਤੋਂ ਮੈਂਸ਼ਨ ਕੀਤਾ ਹੋਇਆ ਹੈ। ਉਹ ਤੋਂ ਬਾਅਦ ਅਗਰ ਆਪਾਂ ਨੰਬਰ ਆਫ ਕੁਐਸਚਨਸ ਦੀ ਗੱਲ ਕਰੀਏ ਤਾਂ ਇਹਦੇ ਵੀ 15 ਕੁਐਸਚਨਸ ਆਣੇ ਆ।
ਉਹ ਤੋਂ ਬਾਅਦ ਦੇਖੋ ਇੰਗਲਿਸ਼ ਪੰਜਾਬੀ। ਹੁਣ ਅਗਰ ਆਪਾਂ ਇੰਗਲਿਸ਼ ਪੰਜਾਬੀ ਦੀ ਵੇਟੇਜ ਦੀ ਗੱਲ ਕਰੀਏ ਤਾਂ 30 ਦਿੱਤੀ ਹੋਈ, ਯਾਨੀ ਕਿ 15 ਇੰਗਲਿਸ਼ ਦੇ 15 ਪੰਜਾਬੀ ਦੇ ਤਕਰੀਬਨ ਇਹ ਚੀਜ਼ ਹੁੰਦੀ ਹੈ। ਇਹ ਅਲੱਗ ਵੀ ਹੋ ਸਕਦਾ ਹੈ ਕਿ ਹੋ ਸਕਦਾ ਤੁਹਾਨੂੰ 10 ਕੁਐਸਚਨ ਪੰਜਾਬੀ ਦੇ ਆ ਜਾਣ, 20 ਕੁਐਸਚਨ ਇੰਗਲਿਸ਼ ਦੇ ਆ ਜਾਣ। ਸੋ ਇਹ 30 ਦੀ ਓਵਰਆਲ ਆਏਗੀ। ਇਹਦੇ ਵਿੱਚ ਦੇਖੋ ਅਗਰ ਆਪਾਂ ਸਭ ਤੋਂ ਪਹਿਲਾਂ ਇੰਗਲਿਸ਼ ਦੀ ਗੱਲ ਕਰੀਏ ਤਾਂ ਇਹਨਾਂ ਨੇ ਬੇਸਿਕ ਗ੍ਰਾਮਰ, ਸਬਜੈਕਟ ਐਂਡ ਵਰਬ, ਐਡਜੈਕਟਿਵ, ਐਡਵਰਬ, ਦੈਨ ਆਰਟੀਕਲਸ, ਪ੍ਰੈਪੋਜੀਸ਼ਨ, ਕੰਪੈਰੀਜ਼ਨ ਆਫ ਐਡਜੈਕਟਿਵਸ, ਇਹ ਸਭ ਮੈਂਸ਼ਨ ਕੀਤੇ ਹੋਏ ਗ੍ਰਾਮਰ ਦੇ ਪੋਰਸ਼ਨ। ਠੀਕ ਹੈ, ਦੇਖੋ ਇਹਦੇ ਵਿੱਚ ਬੇਸਿਕਲੀ ਕੀ ਹੁੰਦਾ, ਤੁਹਾਡੇ ਕੋਲ ਫਿਲ ਇਨ ਦਾ ਬਲੈਂਕਸ ਦੇ ਉੱਪਰ ਕੁਐਸਚਨ ਆ ਜਾਂਦੇ ਆ ਜਾਂ ਫਿਰ ਸੈਂਟੈਂਸ ਕਰੈਕਸ਼ਨ ਦੇ ਕੁਐਸਚਨਸ ਆ ਜਾਂਦੇ ਆ। ਸੈਂਟੈਂਸ ਕਰੈਕਸ਼ਨ ਮਤਲਬ ਜਿਵੇਂ ਤੁਹਾਡੇ ਕੋਲ 4 ਸੈਂਟੈਂਸ ਦੇਤੇ, ਉਹਦੇ ਵਿੱਚ ਉਹ ਪੁੱਛ ਲੈਣਗੇ ਵੀ ਕਿਹੜਾ ਠੀਕ ਹੈ, ਸੋ ਤੁਹਾਨੂੰ ਇੱਕ ਚੂਜ਼ ਕਰਨਾ ਹੁੰਦਾ ਹੈ। ਠੀਕ ਹੈ, ਜਾਂ ਫਿਰ ਐਰਰ ਡਿਟੈਕਸ਼ਨ ਦੇ ਕੁਐਸਚਨ ਆ ਜਾਂਦੇ, ਇੱਕ ਸਟੇਟਮੈਂਟ ਦੇਤੀ ਉਹਦੇ ਵਿੱਚ ਦੱਸੋ ਵੀ ਕਿੱਥੇ ਐਰਰ ਹੈ। ਓਕੇ, ਜਾਂ ਫਿਰ ਇੱਕ ਐਸੇ ਕੁਐਸਚਨਸ ਆਉਂਦੇ ਜਿਵੇਂ ਤੁਹਾਡੇ ਕੋਲ ਇੱਕ ਸੈਂਟੈਂਸ ਦੇਤਾ, ਉਹਦੇ ਵਿੱਚੋਂ ਕੋਈ ਵਰਡ ਪਿਕ ਕਰ ਲੈਣਗੇ, ਪੁੱਛ ਲੈਣਗੇ ਕਿ ਉਹ ਵਰਡ ਕੀ ਹੈ, ਐਡਜੈਕਟਿਵ ਹੈ, ਨਾਊਨ ਹੈ, ਪ੍ਰੋਨਾਊਨ ਹੈ, ਸੋ ਤੁਸੀਂ ਉਹ ਦੱਸਣਾ ਹੁੰਦਾ ਹੈ। ਓਕੇ, ਸੋ ਇਸ ਟਾਈਪ ਦੇ ਕੁਐਸਚਨਸ ਆਉਂਦੇ ਗ੍ਰਾਮਰ ਦੇ ਉੱਪਰ। ਉਹ ਤੋਂ ਬਾਅਦ ਦੇਖੋ ਸਿਨੋਨਿਮਸ, ਸਿਨੋਨਿਮ ਕਿ ਇੱਕ ਵਰਡ ਦਿੱਤਾ ਉਹਦਾ ਸੇਮ ਮੀਨਿੰਗ ਦਾ ਕਿਹੜਾ ਵਰਡ ਹੈ ਉਹ ਦੱਸਣਾ। ਐਂਟੋਨਿਮਸ ਦਾ ਮਤਲਬ ਕੀ ਹੁੰਦਾ, ਅਲੱਗ ਮੀਨਿੰਗ ਦਾ ਵਰਡ ਦੱਸਣਾ, ਮਤਲਬ ਜਿਹੜਾ ਆਪੋਜ਼ਿਟ ਮੀਨਿੰਗ ਦਾ ਵਰਡ ਹੈ। ਉਹ ਤੋਂ ਬਾਅਦ ਵਨ ਵਰਡ ਸਬਸਟੀਟਿਊਸ਼ਨ, ਵਨ ਵਰਡ ਸਬਸਟੀਟਿਊਸ਼ਨ ਮਤਲਬ ਇੱਕ ਪੂਰੀ ਲਾਈਨ ਦੇ ਦੇਣਗੇ, ਉਹਦਾ ਪੁੱਛਣਗੇ ਵੀ ਇੱਕ ਵਰਡ 'ਚ ਉਹਨੂੰ ਆਪਾਂ ਕਿਵੇਂ ਐਕਸਪਲੇਨ ਕਰ ਸਕਦੇ ਹਾਂ। ਦੈਨ ਫਿਲ ਇਨ ਦਾ ਬਲੈਂਕਸ ਮੈਂ ਤੁਹਾਨੂੰ ਦੱਸ ਹੀ ਦਿੱਤੀ, ਇਹਨਾਂ ਉੱਪਰ ਆਉਣਗੀਆਂ। ਪ੍ਰੋਬਲਮ ਕੰਸਰਨਿੰਗ ਵਰਡਸ ਵੀ ਉਹੀ ਹੋ ਗਏ। ਉਹ ਤੋਂ ਬਾਅਦ ਡਾਇਰੈਕਟ ਇਨਡਾਇਰੈਕਟ ਸਪੀਚ ਯਾਨੀ ਕਿ ਨਰੇਸ਼ਨ ਹੋ ਗਿਆ। ਦੈਨ ਐਕਟਿਵ ਪੈਸਿਵ ਵॉइस ਹੋ ਗਈ, ਕਰੈਕਸ਼ਨ ਇਨ ਸੈਂਟੈਂਸਿਸ, ਜੈਂਡਰ, ਸਿੰਗੂਲਰ, ਪਲੂਰਲ। ਠੀਕ ਹੈ, ਇਹ ਵੀ ਬੇਸਿਕਲੀ ਤੁਹਾਨੂੰ ਅਗਰ ਆਪਾਂ ਦੇਖੀਏ ਸੈਂਟੈਂਸ ਕਰੈਕਸ਼ਨ ਦੀ ਫਾਰਮ 'ਚ ਆ ਸਕਦੇ ਹਾਂ। ਦੈਨ ਈਡੀਅਮਸ ਹੋ ਗਏ। ਠੀਕ ਹੈ, ਇੱਕ ਈਡੀਅਮ ਦੇ ਦੇਣਗੇ ਕਿ ਕਿਹੜਾ, ਜਾਂ ਇੱਕ ਸਟੇਟਮੈਂਟ, ਜਿਵੇਂ ਸਪੋਜ਼ ਉਹਨਾਂ ਨੇ ਕੋਈ ਸੈਂਟੈਂਸ ਦਿੱਤਾ, ਦੱਸਣਗੇ ਵੀ ਇਹਦੇ ਲਈ ਕਿਹੜਾ ਈਡੀਅਮ ਸਹੀ ਹੈ। ਓਕੇ, ਉਹ ਤੋਂ ਬਾਅਦ ਰੀਡਿੰਗ ਕੰਪਰੀਹੈਂਸ਼ਨ। ਰੀਡਿੰਗ ਕੰਪਰੀਹੈਂਸ਼ਨ ਦੀ ਅਗਰ ਆਪਾਂ ਓਵਰਆਲ ਗੱਲ ਕਰੀਏ ਤਾਂ ਕੋਈ ਵੀ ਪੇਪਰ 'ਚ ਦੇਖਣ ਨੂੰ ਮਿਲਿਆ ਨੀਗਾ, ਸੋ ਇਹ ਆ ਵੀ ਸਕਦਾ, ਨਹੀਂ ਵੀ ਆ ਸਕਦਾ। ਦੈਨ ਸਪੈਲ ਚੈੱਕ, ਜਿਵੇਂ 4 ਵਰਡਸ ਦੇਤੇ, ਪੁੱਛ ਲੈਣਗੇ ਵੀ ਕਿਹੜਾ ਕਰੈਕਟ ਹੈ। ਓਕੇ, ਸੋ ਅਗਰ ਆਪਾਂ ਗੱਲ ਕਰੀਏ, ਇੱਕ ਚੀਜ਼ ਮੈਂ ਤੁਹਾਨੂੰ ਇੱਥੇ ਦੱਸਣਾ ਭੁੱਲ ਗਈ, ਨੂਮੈਰੀਕਲ ਐਬਿਲਿਟੀ ਲਈ ਤੁਸੀਂ RS ਅਗਰਵਾਲ ਦੀ ਜਿਹੜੀ ਕੁਆਂਟੀਟਿਵ ਐਬਿਲਿਟੀ ਦੀ ਬੁੱਕ ਹੈ ਉਹਨੂੰ ਫੋਲੋ ਕਰ ਸਕਦੇ ਹੋ। ਓਕੇ, ਉਹ ਤੋਂ ਬਾਅਦ ਇੰਗਲਿਸ਼ ਦੀ ਕੋਈ ਵੀ ਅੱਛੀ ਜਿਹੀ ਗ੍ਰਾਮਰ ਬੁੱਕ ਫੋਲੋ ਕਰ ਲਓ, ਸਾਰਿਆਂ ਵਿੱਚ ਸੇਮ ਦਿੱਤਾ ਹੁੰਦਾ, ਮੇਨ ਗੱਲ ਹੁੰਦੀ ਹੈ ਪ੍ਰੈਕਟਿਸ ਦੀ। ਉਹ ਤੋਂ ਬਾਅਦ ਪੰਜਾਬੀ 'ਚ ਦੇਖੋ ਇੱਕ ਤਾਂ ਤੁਹਾਡੀ ਸਾਰੀ ਗ੍ਰਾਮਰ ਆਣੀ ਹੈ, ਜਿਵੇਂ ਕਿ ਨਾਮ, ਪ੍ਰਣਾਮ, ਕਿਰਿਆ ਵਿਸ਼ੇਸ਼ਣ, ਕਾਲ। ਠੀਕ ਹੈ, ਇਹਦੇ ਵਿੱਚ ਬੇਸਿਕਲੀ ਕੀ ਕਰਦੇ, ਇੱਕ ਸੈਂਟੈਂਸ ਦੇਤਾ, ਉਹਦੇ ਵਿੱਚੋਂ ਇੱਕ ਵਰਡ ਚੱਕ ਲੈਣਗੇ, ਪੁੱਛ ਲੈਣਗੇ ਵੀ ਇਹ ਕਿਹੜਾ ਪੜਨਾਮ ਦੀ ਫਾਰਮ ਹੈ, ਇਹ ਕਿਹੜਾ ਨਾਮ ਦੀ ਫਾਰਮ ਹੈ, ਕਿਹੜੀ ਕਿਰਿਆ ਦੀ ਫਾਰਮ ਹੈ। ਜਿਵੇਂ ਸਹਾਇਕ ਕਿਰਿਆ ਦੇ ਉੱਪਰ ਕਾਫੀ ਕੁਐਸਚਨ ਦੇਖਣ ਨੂੰ ਮਿਲਦੇ ਆ। ਉਹ ਤੋਂ ਬਾਅਦ ਨੈਕਸਟ ਆਪਾਂ ਗੱਲ ਕਰੀਏ ਤਾਂ ਮੁਹਾਵਰੇ, ਅਖਾਣ, ਇਹ ਸਭ ਤੁਸੀਂ ਕਵਰ ਕਰਨੇ ਆ। ਠੀਕ ਹੈ, ਰੀਡਿੰਗ ਕੰਪਰੀਹੈਂਸ਼ਨ ਉਸ 'ਚ ਵੀ ਆ ਜਾਂਦਾ, ਬਟ ਪੇਪਰ 'ਚ ਕੁਐਸਚਨ ਦੇਖਣ ਨੂੰ ਜ਼ਿਆਦਾ ਖਾਸ ਮਿਲੇ ਨਹੀਂ ਹੈਗੇ। ਉਹ ਤੋਂ ਬਾਅਦ ਸਮਾਨਾਰਥੀ ਸ਼ਬਦ, ਸ਼ੁੱਧ ਸ਼ਬਦ, ਵਿਰੋਧੀ ਸ਼ਬਦ, ਲਿੰਗ ਬਦਲੋ, ਵਚਨ ਬਦਲੋ, ਇਹ ਸਭ ਤੁਸੀਂ ਕਵਰ ਕਰਨਾ ਹੈ। ਉਹ ਤੋਂ ਬਾਅਦ ਪੰਜਾਬੀ ਦੀ ਅਗਰ ਆਪਾਂ ਗੱਲ ਕਰੀਏ ਕਿ ਕਿੱਥੋਂ ਪ੍ਰਿਪੇਅਰ ਕਰ ਸਕਦੇ ਹੋ, ਕੋਈ ਵੀ ਤੁਸੀਂ 9th 10th ਦੀ ਅੱਛੀ ਜਿਹੀ ਗ੍ਰਾਮਰ ਬੁੱਕ ਤੋਂ ਇਹਨੂੰ ਪ੍ਰਿਪੇਅਰ ਕਰ ਸਕਦੇ ਹੋ। ਉਹ ਤੋਂ ਬਾਅਦ ਨੈਕਸਟ ਨੂੰ ਆਪਾਂ ਗੱਲ ਕਰਦੇ ਜਨਰਲ ਨੌਲੇਜ ਦੀ। ਇਹਦੇ ਵਿੱਚ ਦੇਖੋ ਸਭ ਤੋਂ ਪਹਿਲਾਂ ਕਰੰਟ ਅਫੇਅਰਸ ਦਿੱਤੇ ਹੋਏ ਆ। ਇੱਕ ਚੀਜ਼ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ, ਕੋਰਸ ਦੇ ਵਿੱਚ ਆਪਾਂ ਜਨਵਰੀ 2021 ਤੋਂ ਸਾਰੇ ਕਰੰਟ ਅਫੇਅਰ ਕਵਰ ਕਰਾਂਗੇ। ਤੇ ਅਗਰ ਵੈਸੇ ਤੁਸੀਂ ਮੈਨੂੰ ਪੁੱਛੋ ਤਾਂ ਤੁਸੀਂ ਪਿਛਲੇ 6 ਮੰਥਸ ਦੇ ਕਰ ਸਕਦੇ ਹੋ, ਅਗਰ ਉਹ ਤੋਂ ਪਿੱਛੇ ਹੋਰ ਕਰ ਸਕਦੇ ਆ, ਤੁਹਾਡੇ ਕੋਲ ਟਾਈਮ ਹੈਗਾ ਤਾਂ ਤੁਸੀਂ ਉਹ ਕਰ ਲਿਓ। ਉਹ ਤੋਂ ਬਾਅਦ ਦੈਨ ਨੈਕਸਟ ਆਪਣੇ ਕੋਲ ਹੈ ਹਿਸਟਰੀ, ਜੋਗ੍ਰਾਫੀ ਦੇ ਅਗਰ ਆਪਾਂ ਪੋਰਸ਼ਨ ਦੇਖੀਏ, ਫਿਜ਼ੀਕਲ ਫੀਚਰਸ, ਕਲਾਈਮੇਟ, ਡੈਮੋਗ੍ਰਾਫੀ ਆਫ ਇੰਡੀਆ। ਠੀਕ ਹੈ, ਸੋ ਜੋਗ੍ਰਾਫੀ 'ਚ ਇਹ ਕਵਰ ਕਰਨਾ ਹੈ। ਇਕਨੋਮਿਕ ਐਂਡ ਸੋਸ਼ਲ ਡਿਵੈਲਪਮੈਂਟ, ਪਾਵਰਟੀ ਐਲੀਵੇਸ਼ਨ, ਇਕਨੋਮਿਕ ਪਲੈਨਿੰਗ, ਇਕਨੋਮਿਕ ਅਫੇਅਰ ਐਂਡ ਕਲਚਰ, ਇਹ ਸਾਰਾ ਕਰਨਾ ਆਪਾਂ ਨੇ ਇਕਨੋਮਿਕਸ ਦਾ ਕਵਰ। ਉਹ ਤੋਂ ਬਾਅਦ ਨੌਲੇਜ ਰਿਲੇਟਿਡ ਟੂ ਪੋਲੀਟੀਕਲ ਐਂਡ ਸਾਇੰਟੀਫਿਕ ਫੀਲਡ, ਜਿਵੇਂ ਇੰਸਟਰੂਮੈਂਟਸ ਵਗੈਰਾ ਦੇ ਉੱਪਰ ਪੁੱਛ ਲੈਂਦੇ ਆ। ਠੀਕ ਹੈ, ਸਪੋਰਟਸ, ਸਿਨੇਮਾ ਐਂਡ ਲਿਟਰੇਚਰ। ਸਪੋਰਟਸ, ਸਿਨੇਮਾ ਐਂਡ ਲਿਟਰੇਚਰ ਐਸੇ ਟੌਪਿਕਸ ਹੈ, ਇਹ ਸਟੈਟਿਕ ਦਾ ਵੀ ਪਾਰਟ ਹੈ ਤੇ ਇਹਦੇ ਵਿੱਚ ਕਰੰਟ ਦਾ ਵੀ ਪਾਰਟ ਆ ਜਾਂਦਾ ਹੈ। ਜਿਵੇਂ ਰੀਸੈਂਟਲੀ ਕਿਸੇ ਨੂੰ ਕੋਈ ਅਵਾਰਡ ਮਿਲਿਆ, ਠੀਕ ਹੈ, ਸਪੋਰਟਸ ਦੇ ਵਿੱਚ, ਜਾਂ ਫਿਰ ਕਿਸੇ ਬੁੱਕ ਦੇ ਲਈ, ਜਾਂ ਕਿਸੇ ਸਿਨੇਮਾ ਦੇ ਵਿੱਚ, ਮਤਲਬ ਕਿਸੇ ਐਕਟਰ ਨੂੰ ਕਿਸੇ ਦਾ ਅਵਾਰਡ ਮਿਲਿਆ ਕਿਸੇ ਚੀਜ਼ ਦਾ, ਸੋ ਉਹ ਸਭ ਚੀਜ਼ਾਂ। ਉਹ ਤੋਂ ਬਾਅਦ ਇੰਪੋਰਟੈਂਟ ਇਵੈਂਟਸ, ਮੂਵਮੈਂਟਸ ਐਂਡ ਲੀਡਰਸ ਆਫ ਇੰਡੀਆ ਐਂਡ ਪੰਜਾਬ। ਇਹਦੇ ਵਿੱਚ ਬੇਸਿਕਲੀ ਕੀ ਹੋ ਗਿਆ, ਮਾਡਰਨ ਹਿਸਟਰੀ। ਠੀਕ ਹੈ, ਤੇ ਇਹਨਾਂ ਨੇ ਇਹ ਵੀ ਲਿਖਿਆ ਓਨਲੀ ਕੁਐਸਚਨਸ ਵਿਦ ਡੈਫੀਨਿਟ ਡੇਟਸ ਔਰ ਈਅਰਸ ਇਫ ਰਿਕੁਆਇਰਡ। ਮਤਲਬ ਤੁਸੀਂ ਜਿਹੜੇ ਮੂਵਮੈਂਟਸ ਮੇਨ ਹੈ ਉਹਨਾਂ ਦੇ ਕਿਹੜਾ ਈਅਰ ਦੇ ਵਿੱਚ ਹੋਇਆ ਉਹ ਵੀ ਯਾਦ ਰੱਖਣਾ, ਬਿਕੋਜ਼ ਇਹਨਾਂ ਨੇ ਮੈਂਸ਼ਨ ਕੀਤਾ ਹੋਇਆ ਕਿ ਆ ਸਕਦੇ ਹੋ ਤੁਸੀਂ ਕੁਐਸਚਨਸ। ਸੋ ਓਵਰਆਲ ਅਗਰ ਆਪਾਂ ਜੀਕੇ ਦੀ ਗੱਲ ਕਰੀਏ ਤਾਂ ਤੁਸੀਂ ਇਸ 'ਚ ਕਰੰਟ ਅਫੇਅਰਸ ਕਰਨੇ ਆ, ਜੋਗ੍ਰਾਫੀ ਆਫ ਇੰਡੀਆ ਕਰਨੀ ਆ, ਵਰਡ ਦੀ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ। ਦੈਨ ਇਕਨੋਮਿਕਸ ਕਰਨੀ ਹੈ, ਠੀਕ ਹੈ, ਜਿਹੜੇ ਪੋਰਸ਼ਨ ਆਪਣੇ ਕੋਲ ਦਿੱਤਾ ਹੋਇਆ। ਉਹ ਤੋਂ ਬਾਅਦ ਨੈਕਸਟ ਤੁਸੀਂ ਕਰਨੀ ਹੈ ਮਾਡਰਨ ਹਿਸਟਰੀ। ਓਕੇ, ਤੇ ਕੁਝ ਹੋਰ ਟੌਪਿਕਸ ਹੈ ਜਿਵੇਂ ਸਪੋਰਟਸ, ਸਿਨੇਮਾ, ਲਿਟਰੇਚਰ, ਇਹ ਕਰਨੇ ਨੇ। ਓਕੇ, ਸੋ ਅਗਰ ਆਪਾਂ ਜਨਰਲ ਨੌਲੇਜ ਲਈ ਬੁੱਕ ਦੀ ਗੱਲ ਕਰੀਏ, ਤੁਸੀਂ ਕੋਈ ਵੀ ਅੱਛੀ ਬੁੱਕ ਜਿਹਦੇ ਵਿੱਚ ਸਾਰੇ ਸਬਜੈਕਟਸ ਮੈਂਸ਼ਨ ਹੋਣ ਉਹ ਫੋਲੋ ਕਰ ਸਕਦੇ ਹੋ। ਉਹ ਤੋਂ ਬਾਅਦ ICT,
ਇਹਦੇ ਵਿੱਚ ਬੇਸਿਕਲੀ ਕੀ ਹੈ, ਬੇਸਿਕਸ ਆਫ ਕੰਪਿਊਟਰ, ਨੈਟਵਰਕ, ਇੰਟਰਨੈਟ, ਈਮੇਲ, ਯੂਜ਼ ਆਫ ਆਫਿਸ ਪ੍ਰੋਡਕਟਿਵਿਟੀ ਟੂਲਸ ਲਾਈਕ ਵਰਡ, ਸਪਰੈਡਸ਼ੀਟ, ਪ੍ਰੈਜੈਂਟੇਸ਼ਨ। ਇਹਦੀ ਵੇਟੇਜ ਹੈ 20 ਤੇ ਜਨਰਲ ਨੌਲੇਜ ਦੀ ਵੀ ਵੇਟੇਜ 20 ਹੈ। ਤੁਸੀਂ ਇੱਕ ਗੱਲ ਦੇਖੋ, ਜੀਕੇ ਦੇ ਵਿੱਚ ਤੁਹਾਨੂੰ ਇੰਨੇ ਸਾਰੇ ਟੌਪਿਕਸ ਪੜ੍ਹਨੇ ਤਾਂ ਉਹਦੀ ਵੇਟੇਜ 20 ਹੈ, ਤੇ ਆਈਸੀਟੀ ਦੇ ਵਿੱਚ ਟੌਪਿਕਸ ਕੁਛ ਨਹੀਂ ਹੈਗੇ, ਇਹਦੀ ਵੀ ਵੇਟੇਜ ਸੇਮ ਹੈ। ਠੀਕ ਹੈ, ਸੋ ਯਾਨੀ ਕਿ ਜ਼ਿਆਦਾ ਫਾਇਦਾ ਤੁਹਾਨੂੰ ਕੰਪਿਊਟਰ ਤੋਂ ਵੀ ਮਿਲ ਸਕਦਾ, ਸੋ ਇਹਨੂੰ ਇਗਨੋਰ ਨਾ ਕਰਿਓ, ਅੱਛੇ ਤਰੀਕੇ ਨਾਲ ਜ਼ਰੂਰ ਕਰਕੇ ਜਾਈਓ। ਓਕੇ, ਇਹਦੇ ਵਿੱਚ ਅਗਰ ਆਪਾਂ ਬੇਸਿਕਸ ਆਫ ਕੰਪਿਊਟਰ ਦੀ ਗੱਲ ਕਰੀਏ ਤਾਂ ਕੀ ਹੁੰਦਾ, ਜਿਵੇਂ ਇਨਪੁਟ ਆਊਟਪੁੱਟ ਡਿਵਾਈਸਿਸ ਹੋ ਗਏ, ਮੈਮਰੀ ਦੇ ਉੱਪਰ ਕੁਐਸਚਨਸ ਆ ਜਾਂਦੇ ਆ, ਨੈਟਵਰਕਿੰਗ ਦੇ ਵਿੱਚ ਜਿਵੇਂ ਅਲੱਗ-ਅਲੱਗ ਨੈਟਵਰਕਸ ਦੇ ਉੱਪਰ ਕੁਐਸਚਨ ਪੁੱਛ ਲੈਂਦੇ ਆ। ਠੀਕ ਹੈ, ਦੈਨ ਇੰਟਰਨੈਟ ਦੇ ਵਿੱਚ ਜਿਵੇਂ ਵੈਬਸਾਈਟ ਕੀ ਹੁੰਦੀ ਹੈ, ਕੁਕੀਜ਼ ਕੀ ਹੁੰਦੀਆਂ ਨੇ। ਅਗਰ ਆਪਾਂ ਈਮੇਲ ਦੀ ਗੱਲ ਕਰੀਏ, ਜਿਵੇਂ ਸੀਸੀ, ਬੀਸੀਸੀ, ਐਸੇ ਕੁਐਸਚਨਸ ਦੇਖਣ ਨੂੰ ਮਿਲਦੇ ਆ, ਜਾਂ ਫਿਰ ਈਮੇਲ ਦੇ ਨਾਲ ਰਿਲੇਟਡ ਕਿ ਕਿਹੜਾ ਈਮੇਲ ਐਡਰੈਸ ਹੋ ਸਕਦਾ, ਉਸੇ ਬੇਸਿਕ ਚੀਜ਼ਾਂ। ਉਹ ਤੋਂ ਬਾਅਦ ਯੂਜ਼ ਆਫ ਆਫਿਸ ਪ੍ਰੋਡਕਟਿਵਿਟੀ ਟੂਲ, ਜਿਵੇਂ MS ਵਰਡ, ਪਾਵਰ ਪੁਆਇੰਟ, ਸਪਰੈਡਸ਼ੀਟ। ਠੀਕ ਹੈ, ਇਹ ਸਭ ਹੋ ਗਿਆ। ਇਹਦੇ ਉੱਪਰ ਜਿਵੇਂ ਸ਼ਾਰਟਕਟਸ ਤੇ ਆ ਜਾਂਦੇ ਆ, ਬੇਸਿਕ ਟਰਮਸ ਦੇ ਉੱਪਰ ਕੁਐਸਚਨਸ ਆ ਜਾਂਦੇ ਆ, ਸੋ ਉਹ ਸਭ ਕਰਨਾ ਤੁਸੀਂ। ਉਹ ਤੋਂ ਬਾਅਦ ਕੰਪਿਊਟਰ ਦੀ ਵੀ ਤੁਸੀਂ ਕੋਈ ਵੀ ਅੱਛੀ ਜਿਹੀ ਬੁੱਕ ਫੋਲੋ ਕਰ ਸਕਦੇ ਹੋ। ਓਕੇ, ਦੈਨ ਪੰਜਾਬ ਹਿਸਟਰੀ ਐਂਡ ਕਲਚਰ। ਦੇਖੋ, ਪੰਜਾਬ ਹਿਸਟਰੀ ਐਂਡ ਕਲਚਰ 'ਚ ਕੀ ਹੈ, ਫਿਜ਼ੀਕਲ ਫੀਚਰਸ ਆਫ ਪੰਜਾਬ ਐਂਡ ਇਟਸ ਐਂਸ਼ੀਐਂਟ ਹਿਸਟਰੀ। ਫਿਜ਼ੀਕਲ ਫੀਚਰਸ ਆਫ ਪੰਜਾਬ ਮਤਲਬ ਜੋਗ੍ਰਾਫੀ ਪੰਜਾਬ ਦੀ। ਸੋਸ਼ਲ, ਰਿਲੀਜੀਅਸ, ਇਕਨੋਮਿਕ ਲਾਈਫ ਇਨ ਪੰਜਾਬ ਮਤਲਬ ਇਕਨੋਮਿਕਸ ਕਰਨੀ ਹੈ ਪੰਜਾਬ ਦੀ। ਡਿਵੈਲਪਮੈਂਟ ਆਫ ਲੈਂਗੁਏਜ ਐਂਡ ਲਿਟਰੇਚਰ ਐਂਡ ਆਰਟਸ ਇਨ ਪੰਜਾਬ, ਯਾਨੀ ਕਿ ਕਲਚਰ ਦਾ ਪੋਰਸ਼ਨ ਆ ਗਿਆ। ਸੋਸ਼ਲ ਐਂਡ ਕਲਚਰ ਆਫ ਪੰਜਾਬ ਡਿਊਰਿੰਗ ਅਫਗਾਨ ਮੁਗਲ ਰੂਲ, ਭਗਤੀ ਮੂਵਮੈਂਟ, ਸੂਫੀਜ਼ਮ, ਟੀਚਿੰਗ, ਹਿਸਟਰੀ ਆਫ ਸਿੱਖ ਗੁਰੂਜ਼ ਐਂਡ ਸੇਂਟਸ ਇਨ ਪੰਜਾਬ, ਆਦਿ ਗ੍ਰੰਥ, ਸਿੱਖ ਰੂਲਰ, ਫਰੀडम ਮੂਵਮੈਂਟ ਇਨ ਪੰਜਾਬ, ਯਾਨੀ ਕਿ ਤੁਸੀਂ ਪੰਜਾਬ ਦਾ ਹਿਸਟਰੀ ਦਾ ਪਾਰਟ ਕਰਨਾ ਹੈ। ਸੋ ਓਵਰਆਲ ਦੇਖਿਆ ਜਾਵੇ ਪੰਜਾਬ ਦਾ ਸਾਰਾ ਪੋਰਸ਼ਨ ਹੀ ਤੁਹਾਨੂੰ ਕਵਰ ਕਰਨਾ ਪਏਗਾ, ਤੇ ਇਹਦੀ ਵੇਟੇਜ ਵੀ ਦੇਖੋ ਕਿੰਨੀ ਹੈ 20, ਯਾਨੀ ਕਿ ਪੰਜਾਬ ਦਾ ਤੁਸੀਂ ਪੂਰਾ ਕਵਰ ਕਰ ਲੈਂਦੇ ਹੋ, ਉਹਦੀ ਵੀ ਵੇਟੇਜ 20 ਹੈ, ਤੇ ਕਿਤੇ ਤੁਸੀਂ ਜੀਕੇ ਦੇ ਵਿੱਚ ਸਾਰੇ ਸਬਜੈਕਟਸ ਪਾਰਟ, ਉਹਦੀ ਵੇਟੇਜ 20 ਹੈ। ਸੋ ਧਿਆਨ ਨਾਲ ਕਰਿਓ ਤਿਆਰੀ। ਓਕੇ, ਸੋ ਪੰਜਾਬ ਦੇ ਲਈ ਵੀ ਜਿਹੜੀ ਬੁੱਕਸ ਮਾਰਕੀਟ 'ਚ ਅਵੇਲੇਬਲ ਹੈ, ਕੋਈ ਵੀ ਅੱਛੀ ਜਿਹੀ ਬੁੱਕ ਖਰੀਦ ਕੇ ਤੁਸੀਂ ਉੱਥੋਂ ਪ੍ਰੀਪੇਅਰ ਕਰ ਸਕਦੇ ਹੋ। ਸੋ ਹੁਣ ਆਪਾਂ ਨੈਕਸਟ ਗੱਲ ਕਰਦੇ ਹਾਂ ਅਗਲੀ ਪੋਸਟ ਦੇ ਸਿਲੇਬਸ ਲਈ, ਦੈਟ ਇਜ਼ ਕਲਰਕ IT। ਕਲਰਕ IT ਦੇ ਵਿੱਚ ਅਗਰ ਤੁਸੀਂ ਡਿਵੀਜ਼ਨਸ ਦੀ ਗੱਲ ਕਰੋਗੇ ਤਾਂ ਟੋਟਲ ਤੁਹਾਡੇ ਕੋਲ 6 ਡਿਵੀਜ਼ਨਸ ਹੀ ਆ। ਠੀਕ ਹੈ, ਇਹਦੇ ਵਿੱਚ ਥੋੜਾ ਜਿਹਾ ਫਰਕ ਹੈ, ਜਿਵੇਂ ਰੀਜ਼ਨਿੰਗ ਦੇ ਟੌਪਿਕਸ ਵਗੈਰਾ ਸਾਰਾ ਕੁਝ ਸੇਮ ਹੈ। ਰੀਜ਼ਨਿੰਗ ਨੂੰ 10 ਵੇਟੇਜ ਦਿੱਤੀ ਗਈ ਹੈ, ਨਿਊਮੈਰੀਕਲ ਐਬਿਲਿਟੀ ਨੂੰ ਵੀ 10 ਦਿੱਤੀ ਗਈ ਹੈ, ਇੰਗਲਿਸ਼ ਪੰਜਾਬੀ ਨੂੰ 20 ਕਰਤੀ, ਜੀਕੇ ਨੂੰ 10 ਕਰਤੀ, ਹੋਰ ਵੀ ਘਟਾਤੀ ਯਾਨੀ ਕਿ। ਤੇ ਉਸ ਤੋਂ ਇਲਾਵਾ ਅਗਰ ਆਪਾਂ ਗੱਲ ਕਰੀਏ ਪੰਜਾਬ ਹਿਸਟਰੀ ਕਲਚਰ ਦੀ, ਇਹਦੀ 20 ਰੱਖੀ ਹੈ। ਉਹ ਤੋਂ ਬਾਅਦ ਨੈਕਸਟ ਆਪਣੇ ਕੋਲ ਇੱਕ ਹੋਰ ਟੌਪਿਕ ਐਡ ਹੋ ਗਿਆ, ਦੈਟ ਇਜ਼ ICT ਦੇ ਵਿੱਚ ਇਹਨਾਂ ਨੇ ਕਾਫੀ ਸਾਰੇ ਟੌਪਿਕਸ ਇਹਦੇ ਵਿੱਚ ਐਡ ਕਰਤੇ ਤੇ ਇਹਦੀ ਵੇਟੇਜ ਕਰਤੀ 50। ਸੋ ਇਹਦੇ ਵਿੱਚ ਟੌਪਿਕਸ ਹੈ ਜਿਵੇਂ ਫੰਡਾਮੈਂਟਲਸ ਆਫ ਕੰਪਿਊਟਰ, ਇਹਦੇ ਵਿੱਚ ਬੇਸਿਕਸ ਆਫ ਕੰਪਿਊਟਰ, ਨੈਟਵਰਕ ਐਂਡ ਇੰਟਰਨੈਟ, ਈਮੇਲ, ਯੂਜ਼ ਆਫ ਆਫਿਸ ਪ੍ਰੋਡਕਟਿਵਿਟੀ ਟੂਲਸ ਲਾਈਕ ਵਰਡ, ਸਪਰੈਡਸ਼ੀਟ, ਪ੍ਰੈਜੈਂਟੇਸ਼ਨ। ਉਹ ਤੋਂ ਬਾਅਦ ਆਪਰੇਟਿੰਗ ਸਿਸਟਮ ਦੇ ਵਿੱਚ ਤੁਹਾਡੇ ਕੋਲ ਇਹ ਸਭ ਕੁਝ ਆ ਜਾਊਗਾ, ਜਿਵੇਂ DBMS ਨਾਲ ਰਿਲੇਟਿਡ ਟੌਪਿਕਸ ਹੋ ਗਏ, ਕੰਪਿਊਟਰ ਆਰਗੇਨਾਈਜੇਸ਼ਨ ਨਾਲ ਰਿਲੇਟਿਡ ਟੌਪਿਕਸ ਹੋ ਗਏ, ਦੈਨ ਡਾਟਾ ਸਟਰਕਚਰ ਨਾਲ ਰਿਲੇਟਿਡ ਟੌਪਿਕਸ ਹੋ ਗਏ। ਓਕੇ, ਉਹ ਤੋਂ ਬਾਅਦ ਨੈਕਸਟ ਆਪਣੇ ਕੋਲ ਹੈ ਪ੍ਰੋਗਰਾਮਿੰਗ ਸਕਿੱਲਸ। ਓਕੇ, ਸੋ ਇਹਦੇ ਵਿੱਚ ਹੋ ਗਿਆ। ਦੈਨ ਉਹ ਤੋਂ ਬਾਅਦ ਇਹਨਾਂ ਨੇ ਤੁਹਾਨੂੰ ਇੱਥੇ C ਪ੍ਰੋਗਰਾਮਿੰਗ ਵੀ ਦਿੱਤੀ ਹੈ, ਸੋ ਉਹਦੇ ਜਿਹੜੇ ਬੇਸਿਕਸ ਨੇ, ਠੀਕ ਹੈ, ਜਿਵੇਂ ਬੇਸਿਕਸ ਆਫ C, ਡਾਟਾ ਟਾਈਪਸ ਕਿਹੜੇ ਆ, ਵੇਰੀਏਬਲ, ਉਹਨਾਂ ਦਾ ਸਕੋਪ, ਸਟੋਰੇਜ, ਕਲਾਸਿਸ, ਇਨਪੁਟ ਆਊਟਪੁੱਟ ਆਪਰੇਸ਼ਨਸ, ਆਪਰੇਟਰ, ਕੰਟਰੋਲ ਸਟਰਕਚਰਸ, ਲੂਪਿੰਗ ਸਟਰਕਚਰ, ਐਰੇ, ਸਟ੍ਰਿੰਗਸ, ਫੰਕਸ਼ਨ, ਪੁਆਇੰਟਰਸ, ਇਨਮ, ਸਟਰਕਟ, ਯੂਨੀਅਨ, ਮੈਮਰੀ ਮੈਨੇਜਮੈਂਟ, ਫਾਈਲ ਹੈਂਡਲਿੰਗ, ਇਹ ਸਭ ਕਰਨਾ ਹੈ। ਹੁਣ ਦੇਖੋ ਇੱਥੇ ਤੁਹਾਨੂੰ ਮੈਂ ਇੱਕ ਛੋਟਾ ਜਿਹਾ ਸੁਜੈਸ਼ਨ ਦੇਣਾ ਚਾਹੁੰਦੀ ਹਾਂ, ਅਗਰ ਤੁਸੀਂ ਗ੍ਰੈਜੂਏਸ਼ਨ ਦੇ ਵਿੱਚ ਇਹ ਸਾਰੇ ਟੌਪਿਕਸ ਪੜ੍ਹੇ ਹੋਏ ਨੇ ਤਾਂ ਤੁਸੀਂ ਉਹ ਬੁੱਕਸ ਫੋਲੋ ਕਰ ਸਕਦੇ ਹੋ, ਜਿਵੇਂ ਨੋਟਸ ਪਏ ਹੁੰਦੇ ਆ ਬੰਦੇ ਕੋਲ, ਉਹ ਫੋਲੋ ਕਰ ਲਓ, ਜਾਂ ਫਿਰ ਤੁਸੀਂ ਇਹਨਾਂ ਨੂੰ ਗੂਗਲ ਕਰਕੇ ਕਿਸੇ ਅੱਛੀ ਜੀ ਸਾਈਟ ਤੋਂ ਉਹ ਵੀ ਉੱਥੋਂ ਵੀ ਪ੍ਰੀਪੇਅਰ ਕਰ ਸਕਦੇ ਹੋ। ਬਸ ਬੇਸਿਕ ਪੜ੍ਹਨਾ, ਤੁਹਾਨੂੰ ਜ਼ਿਆਦਾ ਡਿਟੇਲ 'ਚ ਨਹੀਂ ਪੜ੍ਹਨਾ। ਸੋ ਨੈਕਸਟ ਹੁਣ ਆਪਾਂ ਗੱਲ ਕਰਦੇ ਹਾਂ ਕਲਰਕ ਅਕਾਊਂਟਸ। ਕਲਰਕ ਅਕਾਊਂਟਸ ਦੇ ਵਿੱਚ ਅਗਰ ਤੁਸੀਂ ਦੇਖੋਗੇ ਟੋਟਲ 7 ਪਾਰਟਸ ਦੇ ਵਿੱਚ ਸਿਲੇਬਸ ਨੂੰ ਡਿਵਾਈਡ ਕੀਤਾ ਹੋਇਆ, ਤੇ ਇਹਦੇ ਵਿੱਚ ਅਗਰ ਆਪਾਂ ਡਿਵੀਜ਼ਨ ਦੇਖੀਏ, ਰੀਜ਼ਨਿੰਗ ਦੀ 10 ਹੈ, ਨਿਊਮੈਰੀਕਲ ਐਬਿਲਿਟੀ ਦੀ 10, ਦੈਨ ਪੰਜਾਬੀ ਇੰਗਲਿਸ਼ ਦੀ 20, ਜੀਕੇ ਦੀ 10, ਉਹ ਤੋਂ ਬਾਅਦ ICT ਦੀ 15 ਕਰਤੀ, ਫਾਈਨਾਂਸ ਐਂਡ ਅਕਾਊਂਟਸ ਦੀ ਕਰਤੀ 35। ਓਕੇ, ਤੇ ਉਹ ਤੋਂ ਬਾਅਦ ਪੰਜਾਬ ਹਿਸਟਰੀ ਕਲਚਰ ਦੀ ਕਰਤੀ 20। ਸੋ ਇਹਦੇ ਵਿੱਚ ਟੌਪਿਕਸ ਦੇਖੋ, ਜਿਵੇਂ ਫਾਈਨੈਂਸ਼ੀਅਲ ਅਕਾਊਂਟਿੰਗ ਨਾਲ ਰਿਲੇਟਿਡ ਹੋ ਗਏ। ਉਹ ਤੋਂ ਬਾਅਦ ਨੈਕਸਟ ਆਪਣੇ ਕੋਲ ਹੈ ਆਡਿਟਿੰਗ। ਓਕੇ, ਦੈਨ ਕਾਸਟ ਅਕਾਊਂਟਿੰਗ, ਡਾਇਰੈਕਟ ਟੈਕਸੇਸ਼ਨ, ਇਨਡਾਇਰੈਕਟ ਟੈਕਸੇਸ਼ਨ ਦੇ ਵਿੱਚ ਤੁਹਾਨੂੰ ਸਾਰਾ GST ਦਾ ਪੜ੍ਹਨਾ, ਜੋ ਕਿ ਬਹੁਤ ਇੰਪੋਰਟੈਂਟ ਹੈ। ਉਹ ਤੋਂ ਬਾਅਦ ਨੈਕਸਟ ਆਪਣੇ ਕੋਲ ਹੈ ਬਿਜ਼ਨਸ ਐਂਡ ਕਾਰਪੋਰੇਟ ਲਾਅ, ਫਾਈਨੈਂਸ਼ੀਅਲ ਮੈਨੇਜਮੈਂਟ। ਓਕੇ, ਸੋ ਇਹਦੇ ਵਿੱਚ ਜਿਹੜੇ ਟੌਪਿਕਸ ਨੇ ਬਸ ਤੁਸੀਂ ਉਹੀ ਪੜ੍ਹਨੇ ਨੇ, ਗੂਗਲ ਤੇ ਐਜ਼ ਇਟ ਇਜ਼ ਟੌਪਿਕ ਸਰਚ ਕਰੋ ਤੇ ਉਹਨੂੰ ਪੜ੍ਹੋ। ਅਗਰ ਤੁਹਾਡੇ ਕੋਲ ਗ੍ਰੈਜੂਏਸ਼ਨ ਵਾਲੀ ਬੁੱਕ ਪਈ ਹੈ ਤੁਸੀਂ ਉਹ ਫੋਲੋ ਕਰ ਸਕਦੇ ਹੋ। ਓਕੇ, ਸੋ ਤੁਸੀਂ ਬੇਸਿਕ ਪੜ੍ਹਨਾ ਇਹਦੇ ਵਿੱਚ, ਜੋ ਵੀ ਟੌਪਿਕਸ ਮੈਂਸ਼ਨ ਹੈ ਬਸ ਉਹੀ ਪੜ੍ਹਨਾ ਹੈ, ਤੋਂ ਬਾਹਰ ਨਹੀਂ ਜਾਣਾ ਹੈਗਾ। ਓਕੇ, ਸੋ ਇਹ ਸੀ ਸਾਰਾ ਸਿਲੇਬਸ ਜੋ ਕਿ ਕਲਰਕ ਦਾ ਦਿੱਤਾ ਹੋਇਆ ਸੀ ਅਲੱਗ-ਅਲੱਗ ਪੋਸਟ ਲਈ। ਸੋ ਤੁਸੀਂ ਜਿੱਥੋਂ ਵੀ ਇਹਦੀ ਪ੍ਰੈਪਰੇਸ਼ਨ ਕਰਨਾ ਚਾਹੁੰਦੇ ਹੋ ਜਲਦੀ ਸਟਾਰਟ ਕਰੋ, ਬਿਕੋਜ਼ ਤੁਹਾਡੇ ਕੋਲ ਟਾਈਮ ਲਿਮਿਟਿਡ ਹੈ।
ठीक है। तकरीबन तुहाडे कोल 10 to 15 डेज़ ने प्रिपेयर करन दे लई। सो अपना डिसीजन जल्दी लो ताकि तुहाडे कोल टाइम बचे रिवीजन दा भी ते तुहाडी वधिया तरीके नाल तैयारी हो सके पेपर दी। सो अज लई इन्ना ही, मिलदे नैक्सट लैक्चर दे विच। थैंक यू सो मच।